ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡੇ ਨਾਲ ਐਮਪੀ ਸਿੰਘ ਤੇ ਮੇਰੇ ਨਾਲ ਨੇ ਵਿਸ਼ੇਸ਼ ਮਹਿਮਾਨ ਸਤਵਿੰਦਰ ਢਿੱਲੋਂ ਜੀ, ਇੰਸ਼ੋਰੈਂਸ ਐਡਵਾਈਜ਼ਰ, ਫਾਈਨੈਂਸ਼ੀਅਲ ਐਡਵਾਈਜ਼ਰ। ਇੰਸ਼ੋਰੈਂਸ ਦੀ ਗੱਲ ਕਰਾਂਗੇ ਅਸੀਂ ਅੱਜ, ਖਾਸ ਕਰਕੇ ਉਸ ਇੰਸ਼ੋਰੈਂਸ ਦੀ ਮੈਨੂੰ ਲੱਗਦਾ ਜਿਹਨਾਂ ਦੀ ਬੜੀ ਇੰਪੋਰਟੈਂਸ ਹੈ ਲਾਈਫ ਦੇ ਵਿੱਚ। ਕ੍ਰਿਟੀਕਲ ਲਾਈਫ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ। ਕਿਉਂ ਇੰਪੋਰਟੈਂਟ ਹੈ ਢਿੱਲੋਂ ਸਾਹਿਬ, ਮੈਂ ਜਾਣਨਾ ਚਾਹੂੰਗਾ। ਸਾਡੇ ਦਰਸ਼ਕ ਵੀ ਬੇਤਾਬੀ ਨਾਲ ਤੁਹਾਡੇ ਕੋਲੋਂ ਇਹ ਇਨਫੋਰਮੇਸ਼ਨ ਲੈਣੀ ਚਾਹੁੰਦੇ। ਸਭ ਤੋਂ ਪਹਿਲਾਂ ਤੁਹਾਨੂੰ ਮੈਨੂੰ ਇਨਵਾਈਟ ਕਰਨ ਲਈ ਤੁਹਾਡਾ ਧੰਨਵਾਦ, ਤੇ ਸਾਰੇ ਸਰੋਤੇ ਤੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਫਸਟ ਆਫ ਆਲ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਹੈ ਬੇਸਿਕਲੀ ਮੈਡੀਕਲ ਰਿਲੇਟਡ ਹੈ। ਠੀਕ ਹੈ ਕਿ ਜੇ ਰੱਬ ਨਾ ਕਰੇ ਕਿ ਤੁਹਾਨੂੰ ਹਾਰਟ, ਸਟ੍ਰੋਕ, ਕੈਂਸਰ, ਤੇ ਉਹਦੇ ਵਿੱਚ ਇੱਕ ਬੜੀ ਲੰਮੀ ਲਿਸਟ ਹੈ 25-26 ਡਿਜ਼ੀਜ਼ ਦੀ, ਜੇ ਉਹ ਤੁਹਾਨੂੰ ਹੋ ਜਾਂਦੀਆਂ ਤਾਂ ਤੁਹਾਨੂੰ ਉਹ ਕਵਰ ਕਰਦੇ। ਉੱਥੇ ਤੁਹਾਨੂੰ ਕੈਨੇਡਾ ਦੇ ਵਿੱਚ ਉਹ ਲਮਸਮ ਪੇ ਕਰਦੇ। ਉਹ ਤੁਹਾਡੇ ਹਸਪੀਟਲ ਨੂੰ ਨਹੀਂ ਪੇ ਕਰਦੇ, ਉਹ ਸਿਰਫ ਤੁਹਾਨੂੰ ਪੇ ਕਰਦੇ। ਜਿਹਨੇ ਇੰਸ਼ੋਰੈਂਸ ਬਾਈ ਕੀਤੀ ਹੈ ਜਿਸ ਜਿਹੜਾ ਵੀ ਕਵਰਡ ਨੇ, ਠੀਕ ਹੈ। ਪਰ ਉਹ ਜਿਹੜਾ ਇੰਸ਼ੋਰੈਂਸ ਹੈਗਾ ਇਹ ਰਿਲੇਟਡ ਟੂ ਦਾ ਡਿਜ਼ੀਜ਼ ਹੀ ਹੈਗੀ ਹੈ, ਨਾਟ ਰਿਲੇਟਡ ਟੂ ਤੁਹਾਡੀ ਜੌਬ ਦੇ ਰਿਲੇਟਡ ਨਹੀਂ ਹੈਗਾ ਕਿ ਜਾਂ ਨਾ ਤੁਹਾਡੀ ਇਹ ਨਹੀਂ ਹੈ ਕੋਈ ਬੰਦਾ ਕੰਮ ਹੀ ਕਰਦਾ ਹੋਵੇ, ਨਾ ਵੀ ਕਰਦਾ ਹੋਵੇ, ਨਾ ਵੀ ਕੰਮ ਕਰਦਾ ਹੋਵੇ, ਚਾਹੇ ਹਾਊਸ ਵਾਈਫ ਨੇ, ਚਾਹੇ ਹੋਮ ਮੇਕਰ ਨੇ, ਚਾਹੇ ਰਿਟਾਇਰਡ ਨੇ, ਉਹ ਤੁਹਾਨੂੰ ਲੰਮਸਮ ਪੇ ਕਰਦੇ। ਇੱਕ ਕੁਐਸਚਨ ਇਸ ਤੋਂ ਪਹਿਲਾਂ ਕਿ ਤੁਸੀਂ ਅਗਲੀ ਗੱਲ ਦੱਸੋ, ਇਹ ਇੰਸ਼ੋਰੈਂਸ, ਇਹ ਕ੍ਰਿਟੀਕਲ ਇੰਸ਼ੋਰੈਂਸ ਜਿਹਦੇ 'ਚ ਇੰਨੀਆਂ ਬਿਮਾਰੀਆਂ ਤੁਸੀਂ ਦੱਸਦੇ ਹੋ, ਹਾਰਟ ਅਟੈਕ ਦੀ ਗੱਲ, ਸਟਰੋਕ ਦੀ ਗੱਲ, ਜਾਂ ਕੈਂਸਰ ਦੀ ਗੱਲ, ਹੋਰ ਵੀ ਬੜੀਆਂ, ਕਿਡਨੀ ਫੇਲਰ ਜੇ ਇਹ ਜਿਹੜੇ ਸਾਡੇ ਹੈਲਥ ਕਾਰਡ ਹੁੰਦੇ ਆ ਉਹਦੇ 'ਚ ਕਵਰੇਜ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ? ਨਹੀਂ, ਸੋਹਣਾ ਸਵਾਲ ਹੈ। ਅਸਲ 'ਚ ਕੀ ਹੈਗਾ ਕਿ ਬਹੁਤੇ ਵਾਰੀ ਜਿੰਨੇ ਵੀ ਅਸੀਂ ਕੈਨੇਡਾ ਦੇ ਰੈਜ਼ੀਡੈਂਟ ਨੇ ਉਹ ਇਸ ਨੂੰ ਇਹ ਸਮਝਦੇ ਨੇ ਕਿ ਜਿਹੜੇ ਹੈਲਥ ਕਾਰਡ ਹੈ ਉਹ ਤੁਹਾਡਾ ਸਾਰਾ ਕੁਝ ਕਵਰ ਕਰਦਾ। ਉਹ ਤੁਹਾਡਾ ਜਦੋਂ ਤੱਕ ਤੁਸੀਂ ਹਸਪੀਟਲ ਦੇ ਵਿੱਚ ਐਡਮਿਟ ਹੋ ਉਹ ਤੁਹਾਡੀ ਕਵਰੇਜ ਕਰਦਾ। ਠੀਕ ਹੈ। ਤੇ ਨਾਲ ਹੀ ਤੁਹਾਡੀ ਉਦੋਂ ਤੱਕ ਬੈਨੀਫਿਟ ਨੂੰ ਕਵਰ ਕਰਦਾ, ਉਦੋਂ ਤੱਕ ਮੈਡੀਸਨ ਵੀ ਕਵਰ ਕਰਦੇ। ਪਰ ਜਦੋਂ ਹੀ ਤੁਸੀਂ ਘਰ ਆ ਗਏ ਉਸ ਤੋਂ ਬਾਅਦ ਜਿਹੜੀ ਟੇਕ ਕੇਅਰ ਹੈ ਉਹਦੇ ਸਾਰੇ ਖਰਚੇ ਆਪਣੇ ਕੋਲੋਂ ਕਰਨੇ ਪੈਣੇ, ਤੁਹਾਨੂੰ ਆਪ ਕਰਨੇ ਪੈਣੇ ਆ। ਫੂਡ ਔਨ ਦਾ ਟੇਬਲ ਹੈ, ਕਿਉਂਕਿ ਜੇ ਆਪਾਂ ਇੱਕ ਐਵਰੇਜ ਲਾਈਏ ਕਿ ਜੇ ਰੱਬ ਨਾ ਕਰੇ ਕਿਸੇ ਨੂੰ ਹਾਰਟ ਅਟੈਕ ਹੁੰਦਾ 95% ਦੇ ਕਰੀਬ ਕਿਉਰੇਬਲ ਹੈ ਵੈਸੇ ਤਾਂ। ਹਾਂਜੀ, ਨਾਟ ਰੋਂਗ ਕਿ ਇੰਨਾ ਸਟੈਟ ਹੈ ਕਿ ਇੰਨਾ ਸਰਵਾਈਵਲ ਰੇਟ ਹੈ। ਤੇ ਉਹ ਸਰਵਾਈਵਲ ਰੇਟ ਦੇ ਵਿੱਚ ਜੇ ਬੰਦੇ ਨੂੰ ਸਰਵਾਈਵਲ ਤੋਂ ਬਾਅਦ ਵੀ, ਪਰ ਉਸ ਤੋਂ ਬਾਅਦ ਡਾਕਟਰ ਕਹਿੰਦੇ ਰੈਸਟ ਇਜ਼ ਫਰਮ ਐਨੀਵੇਅਰ ਬਿਟਵੀਨ 6 ਮੰਥ ਤੋਂ ਲੈ ਕੇ 1.5 ਸਾਲ ਤੱਕ। ਠੀਕ ਹੈ, ਡਿਪੈਂਡਿੰਗ ਕਿ ਉਹਦੀ ਕੰਡੀਸ਼ਨ ਕਿਸ ਤਰ੍ਹਾਂ ਦੀ। ਠੀਕ ਹੈ, ਇੰਨਾ ਟਾਈਮ ਪੀਰੀਅਡ ਲੱਗ ਜਾਂਦਾ ਰਿਕਵਰ ਕਰਨ ਤੇ। ਪਰ ਸਭ ਤੋਂ ਪਹਿਲਾਂ ਕੀ ਜਾਂਦਾ, ਤੁਸੀਂ ਜੌਬ ਤੇ ਨਹੀਂ ਜਾ ਸਕਦੇ, ਤੁਹਾਡੀ ਇਨਕਮ। ਬੇਸਿਕਲੀ ਕ੍ਰਿਟੀਕਲ ਇਲਨੈਸ ਨੂੰ ਲਾਈਫ ਇੰਸ਼ੋਰੈਂਸ ਦੀ ਲੈਂਗੁਏਜ ਦੇ ਵਿੱਚ ਲਿਵਿੰਗ ਬੈਨੀਫਿਟਸ ਵੀ ਕਹਿੰਦੇ। ਠੀਕ ਹੈ, ਲਾਸ ਆਫ ਇਨਕਮ। ਹਾਂਜੀ, ਲਾਸ ਆਫ ਇਨਕਮ ਹੈਗੀ ਹੈ। ਜਦੋਂ ਲਾਸ ਆਫ ਇਨਕਮ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ, ਲਾਸ ਆਫ ਇਨਕਮ ਡਿਸੇਬਿਲਿਟੀ ਨਾਲ ਵੀ ਆਉਂਦੀ। ਠੀਕ ਹੈ, ਵੀ ਆਰ ਟਾਕਿੰਗ ਅਬਾਊਟ ਕ੍ਰਿਟੀਕਲ। ਸੋ ਡਿਸੇਬਿਲਿਟੀ ਅਲੱਗ, ਉਹ ਇੱਕ ਅਲੱਗ ਟੌਪਿਕ ਹੈ। ਹਾਂਜੀ, ਨਹੀਂ, ਬੜਾ ਇੰਪੋਰਟੈਂਟ, ਇਸੇ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਕਰਨ ਲਈ। ਕ੍ਰਿਟੀਕਲ ਇਲਨੈਸ ਬਹੁਤ ਹੀ ਜਿਹੜੇ ਕਿ ਕਿਉਂਕਿ ਮੈਜੋਰਟੀ ਦੇ ਵਿੱਚ ਜਿਹੜੇ ਮੇਨ ਸਟਰੀਮ ਜਿੰਨੀ ਵੀ ਹੈਗੀ, ਜਿਹੜੇ ਇੱਥੋਂ ਦੇ ਬੌਰਨ ਨੇ ਉਹ ਇਸ ਨੂੰ ਅੰਡਰਸਟੈਂਡ ਕਰਦੇ। ਪਰ ਕਿਉਂਕਿ ਅਸੀਂ ਸਾਰੇ ਨਿਊ ਇਮੀਗ੍ਰੈਂਟ ਆ, ਚਾਹੇ ਉਹ ਸਾਲ ਪਹਿਲਾਂ ਆਇਆ, ਚਾਹੇ ਕੋਈ 10 ਸਾਲ ਪਹਿਲਾਂ ਆਇਆ, ਉਹ ਥੋੜ੍ਹਾ ਜਿਹਾ ਸਮਝਣ ਦੇ ਵਿੱਚ ਦੇਰ ਲੱਗਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਤੁਹਾਡੇ ਹੈਲਥ ਕਾਰਡ ਨੇ ਉਹ ਕਵਰ ਕਰਦੇ, ਪਰ ਇਨਫੈਕਟ ਹੈਲਥ ਕਾਰਡ ਉਦੋਂ ਤੱਕ ਹੀ ਕਵਰ ਕਰਦਾ ਤੁਹਾਡੇ ਈਦਰ ਫਿਜ਼ੀਸ਼ੀਅਨ ਨੂੰ ਤੇ ਤੁਹਾਡੇ ਜਦੋਂ ਤੱਕ ਤੁਸੀਂ ਹਸਪੀਟਲ ਦੇ ਵਿੱਚ ਐਡਮਿਟ ਹੋ, ਜਿੰਨੀ ਦੇਰ ਰਹੇ ਉੱਥੇ, ਉਸ ਤੋਂ ਬਾਅਦ ਨਹੀਂ ਕਵਰ। ਠੀਕ ਹੈ, ਸੋ ਲੰਮਸਮ ਪੇ ਕਰ। ਹਾਂਜੀ, ਜੇ ਕ੍ਰਿਟੀਕਲ ਇੰਸ਼ੋਰੈਂਸ ਕੋਈ ਲੈਂਦੇ ਲੋਕ ਲੈਣ ਲੱਗ ਪਏ, ਹੁਣ ਅਵੇਅਰਨੈਸ ਕਾਫੀ ਆਈ ਹੈ ਸੋਸਾਇਟੀ ਦੇ ਵਿੱਚ, ਕੀ ਕਵਰੇਜ ਹੁੰਦੀ ਆ, ਕੀ ਬੈਨੀਫਿਟ ਹੁੰਦੇ ਆ? ਬੈਨੀਫਿਟ ਉਹ ਤੁਹਾਨੂੰ ਦੱਸਿਆ ਕਿ ਜਿੰਨੀਆਂ 26 ਡਿਜ਼ੀਜ਼ ਨੇ, 26 ਡਿਜ਼ੀਜ਼ ਨੂੰ ਉਹ ਕਵਰ ਕਰਦੇ ਨੇ। ਤੇ ਉਸ ਤੋਂ ਬਾਅਦ ਜੇ ਉਹਦੇ ਵਿੱਚ ਕਈ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਸਿਨੈਰੀਓ ਨੇ। ਕਈ ਕੰਪਨੀਆਂ ਉਹਦੇ ਵਿੱਚ ਵੇਟਿੰਗ ਪੀਰੀਅਡ ਹੈਗਾ 30 ਦਿਨਾਂ ਦਾ ਮੈਕਸਿਮਮ। ਸੋ ਉਹਦੇ ਵਿੱਚ ਬਰਨਸ ਵੀ ਵੇਟਿੰਗ ਇਨ ਦੀ ਸੈਂਸ ਕਲੇਮ ਲੈਣ ਲਈ, ਕਿਉਂਕਿ ਰੱਬ ਨਾ ਕਰੇ ਬੰਦੇ ਨੂੰ ਹਾਰਟ ਅਟੈਕ ਹੋਇਆ ਤੇ ਬੰਦਾ ਪਾਸ ਵੇ ਹੋ ਗਿਆ। ਹੁਣ ਕੁਝ ਕੰਪਨੀਆਂ ਨੇ, ਇੰਸ਼ੋਰੈਂਸ ਕੰਪਨੀ ਕੈਰੀਅਰਸ ਨੇ, ਉਹਨਾਂ ਨੂੰ ਵੇਵ ਵੀ ਕਰ ਦਿੱਤਾ, ਡੇ 1 ਤੋਂ ਕਵਰ ਕਰ ਰਹੇ। ਠੀਕ ਹੈ, ਪਰ ਸਰਵਾਈਵਲ ਰੇਟ ਦੀ ਗੱਲ, ਈਵਨ ਇਹਦੇ ਵਿੱਚ ਬਰਨਸ ਵੀ ਕਵਰ ਨੇ। ਰੱਬ ਨਾ ਕਰੇ ਤੁਸੀਂ ਐਕਸੀਡੈਂਟ ਦੀ ਵਜ੍ਹਾ ਕਰਕੇ ਬਰਨਸ ਹੋ ਗਏ, ਜਾਂ ਤੁਸੀਂ ਐਕਸੀਡੈਂਟ ਦੀ ਵਜ੍ਹਾ ਕਰਕੇ ਕੋਈ 5 ਡੇਲੀ ਰੂਟੀਨ ਆਪਦੇ ਨਹੀਂ ਕਰ ਸਕਦੇ, ਮੰਨ ਲਓ ਨਹਾ ਨਹੀਂ ਸਕਦੇ, ਕੱਪੜੇ ਨਹੀਂ ਖਾ ਨਹੀਂ ਸਕਦੇ, ਹਮੇਸ਼ਾ ਲਈ ਡਿਸੇਬਲ ਹੋ ਗਿਆ, ਜਾਂ ਤੁਸੀਂ ਆਪੇ ਪਾਸਾ ਨਹੀਂ ਲੈ ਸਕਦੇ। ਸੋ 5 ਜਿਹੜੇ ਡੇਲੀ ਦੇ ਰਿਚੁਅਲਸ ਨੇ ਉਹ ਨਹੀਂ ਕਰ ਸਕਦੇ, ਤਾਂ ਤੁਹਾਨੂੰ ਉਹ ਵੀ ਕਵਰ ਕਰਦੀ ਹੈ ਕੰਪਨੀ। ਵੈਰੀ ਗੁੱਡ। ਇਹ ਜਿਹੜੀ ਤੁਸੀਂ ਉਹ ਗੱਲ ਕੀਤੀ ਸੀ ਡੇ 1 ਤੋਂ ਸਟਾਰਟ ਹੋ ਜਾਂਦੀ ਕਵਰੇਜ, ਜਿੱਦਾਂ ਹੁਣ ਕੈਂਸਰ ਡਿਟੈਕਟ ਹੋ ਗਿਆ ਕਿਸੇ ਨੂੰ ਜੀ, ਤੇ ਉਹ ਪਤਾ ਤਾਂ ਉਦੋਂ ਲੱਗਦਾ ਹੈਗਾ ਕਈ ਵਾਰੀ ਜਦੋਂ ਲਾਸਟ ਸਟੇਜ 'ਤੇ ਪਹੁੰਚਿਆ ਹੁੰਦਾ, ਜਾਂ ਕਿ ਇਹੋ ਜਿਹੀ ਗੱਲ
ਫਿਰ ਉਹਦੀ ਕਵਰੇਜ ਕਦੋਂ ਤੋਂ ਸਟਾਰਟ ਹੁੰਦੀ ਹੈ, ਜਦੋਂ ਪਤਾ ਲੱਗਦਾ ਕਿ ਜਾਂ ਉਹ ਪਹਿਲੇ ਦਿਨ ਤੋਂ ਵੀ? ਸਰ ਇਹ ਡਿਪੈਂਡ ਕਰਦਾ ਹੈ ਇੰਸ਼ੋਰੈਂਸ ਕੈਰੀਅਰ ਦੇ ਉੱਤੇ। ਕਈ ਇੰਸ਼ੋਰੈਂਸ ਕੈਰੀਅਰ ਤੁਹਾਨੂੰ ਉਸੇ ਦਿਨ ਤੋਂ ਕਵਰ ਕਰਦੇ, ਉਹਨਾਂ ਨੇ ਤੁਹਾਨੂੰ ਜਦੋਂ ਹੀ ਤੁਹਾਡੇ ਡਾਕਟਰ ਦੀ ਰਿਪੋਰਟ ਉਹਨਾਂ ਨੇ ਲਈ, ਤੁਸੀਂ ਉਹਨਾਂ ਨੂੰ ਕਲੇਮ ਫਾਈਲ ਕੀਤਾ, ਉਹਨਾਂ ਨੇ ਜਿੰਨੇ ਦੀ ਵੀ ਕਵਰੇਜ ਹੈਗੀ ਹੈ ਤੁਹਾਨੂੰ ਲੰਮ ਸਮ ਤੁਹਾਡੇ ਨਾਮ ਦੇ ਉੱਤੇ ਚੈੱਕ ਦੇਣਾ, ਇਟਸ ਦ ਲਿਵਿੰਗ ਬੈਨੀਫਿਟਸ। ਜਾਂ ਜਿਹੜਾ ਵੀ ਬੈਨੀਫੀਸ਼ੀਅਰੀ ਤੁਸੀਂ ਉਹਦੇ ਵਿੱਚ ਕਈ ਵਾਰੀ ਤੁਸੀਂ ਬੈਨੀਫੀਸ਼ੀਅਰੀ ਪਾਇਆ ਹੁੰਦਾ ਤਾਂ ਉਸ ਬੈਨੀਫੀਸ਼ੀਅਰੀ ਦੇ ਨਾਮ ਦੇ ਉੱਤੇ ਪਰਸਨਲ ਚੈੱਕ ਹੁੰਦਾ ਹੈ, ਤੇ ਉਸ ਤੋਂ ਬਾਅਦ ਉਦੋਂ ਨੈਕਸਟ ਸਟੈਪ ਇਹ ਹੁੰਦਾ ਕਿ ਤੁਹਾਨੂੰ ਕਲੇਮ ਮਿਲ ਗਿਆ, ਤੁਹਾਡੀ ਇੰਸ਼ੋਰੈਂਸ ਵੀ ਬੰਦ ਹੋ ਗਈ ਤੇ ਤੁਹਾਡਾ ਜਿਹੜਾ ਪ੍ਰੀਮੀਅਮ ਦੇਣਾ ਵੀ ਬੰਦ ਹੋ ਗਿਆ। ਠੀਕ ਹੈ, ਇਹ ਬੜੀ ਇੰਪੋਰਟੈਂਟ ਤੁਸੀਂ ਗੱਲ ਦੱਸੀ ਹੈਗੀ ਕਿ ਇਹ ਕਿਸੇ ਡਾਕਟਰ ਨੂੰ, ਕਿਸੇ ਹਸਪੀਟਲ ਨੂੰ ਪੇਮੈਂਟ ਨਹੀਂ ਹੋਣੀ, ਸਗੋਂ ਬੈਨੀਫੀਸ਼ੀਅਰੀ ਨੂੰ ਜਾਂ ਜਿਹੜਾ ਵੀ ਉਹਦਾ ਬਾਇਰ ਹੈਗਾ ਜਿਹਦੇ ਨਾਂ 'ਤੇ ਇੰਸ਼ੋਰੈਂਸ ਉਹਨੂੰ, ਜਾਂ ਜਿਹਦੇ ਨਾਂ 'ਤੇ ਉਹ ਕੀਤੀ ਹੋਈ ਹੈ ਉਹਨਾਂ ਨੇ ਕਿ ਮੇਰੇ ਤੋਂ ਬਾਅਦ ਇਹ ਲੈ ਸਕਦਾ ਬੈਨੀਫੀਸ਼ੀਅਰੀ, ਇਹ ਹੋ ਸਕਦਾ, ਉਹਨੂੰ ਹੀ ਡਾਇਰੈਕਟ ਪੈਸੇ ਮਿਲਣੇ, ਡਾਇਰੈਕਟ ਚੈੱਕ ਦਿੱਤੇ ਜਾਂਦੇ ਹੈਗੇ ਆ। ਅਤੇ ਇਹ ਬੜੀ ਇੰਪੋਰਟੈਂਟ, ਸ਼ਾਇਦ ਪਹਿਲੀ ਇੰਸ਼ੋਰੈਂਸ ਇਹ ਹੋਣੀ ਹੈ, ਜਾਂ ਕਹਿ ਲਓ ਵੀ ਕੈਨੇਡਾ ਵਾਈਡ ਹੋਰ ਇੰਸ਼ੋਰੈਂਸ ਇਸ ਤਰ੍ਹਾਂ ਦੀ ਨਹੀਂ ਹੁੰਦੀਆਂ। ਬਹੁਤੀਆਂ ਇੰਸ਼ੋਰੈਂਸ ਤਾਂ ਇਹੀ ਆ ਕਿ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਹੀ ਬੈਨੀਫਿਟ ਮਿਲਦਾ ਹੈਗਾ। ਜਿੰਦਾ ਬੰਦੇ ਨੂੰ ਸ਼ਾਇਦ ਇਹ ਪਹਿਲੀ ਇੰਸ਼ੋਰੈਂਸ ਹੈ, ਤਾਂ ਹੀ ਇਹਦਾ ਨਾਮ ਲਿਵਿੰਗ ਬੈਨੀਫਿਟ ਨਾ ਹੈ। ਔਰ ਡਿਸੇਬਿਲਿਟੀ ਔਰ ਕ੍ਰਿਟੀਕਲ ਇਲਨੈਸ, ਇਹ ਦੋਨਾਂ ਨੂੰ ਲਿਵਿੰਗ ਬੈਨੀਫਿਟਸ ਦੇ ਪਲਾਨ ਦੇ ਅੰਡਰ ਹੀ ਰੱਖਿਆ ਗਿਆ। ਇਹ ਕਿੰਨੇ ਟਾਈਮ ਵਾਸਤੇ ਲੈ ਸਕਦਾ ਜੀ ਬੰਦਾ? ਥਰੂ ਆਊਟ ਲਾਈਫ ਹੁੰਦੀ ਹੈ, ਜਦੋਂ ਡੈਥ ਹੋਏਗੀ ਉਦੋਂ ਤੱਕ ਕਵਰੇਜ ਹੈਗੀ? ਗੁੱਡ ਕੁਐਸਚਨ। ਤੇ ਉਹਦੇ ਵਿੱਚ ਇਸ ਤਰ੍ਹਾਂ ਜੀ ਕਿ ਤੁਸੀਂ 15 ਦਿਨਾਂ ਦੇ ਬੇਬੀ ਤੋਂ ਲੈ ਕੇ ਤੁਸੀਂ ਕਿ ਉਸ ਤੋਂ ਬਾਅਦ ਏਜ 65 ਲਈ ਕਵਰ ਕਰਨਾ ਚਾਹੁੰਦੇ ਹੋ, 75 ਲਈ ਕਵਰ ਕਰਨਾ ਚਾਹੁੰਦੇ ਹੋ, ਏਜ 100 ਲਈ ਕਵਰ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ। ਅੱਛਾ, 100 ਤੱਕ ਕਵਰੇਜ ਹੈਗੀ, ਅਵੇਲੇਬਲ ਹੈਗੀ। ਨੈਚੁਰਲੀ ਜਿੰਨੀ ਲੇਟ ਲਏਗਾ ਕੋਈ ਉਹਦਾ ਪ੍ਰੀਮੀਅਮ ਜ਼ਿਆਦਾ ਹੋਏਗਾ, ਕੁਦਰਤੀ ਗੱਲ। ਠੀਕ ਹੈ, ਕਿਉਂਕਿ ਇੰਸ਼ੋਰੈਂਸ ਦੋ ਚੀਜ਼ਾਂ ਤੇ ਚੱਲਦੀ ਹੈ, ਇੱਕ ਤਾਂ ਉਮਰ ਦੇ ਉੱਤੇ ਤੇ ਸੈਕਿੰਡ ਤੁਹਾਡੀ ਹੈਲਥ ਕਿੰਨੀ ਅੱਛੀ ਹੈ। ਯੰਗਰ ਯੂ ਆਰ, ਇੰਸ਼ੋਰੈਂਸ ਉਨੀ ਚੀਪਰ ਹੋ ਜਾਣੀ, ਚੀਪਰ ਹੋਏਗੀ। ਠੀਕ ਹੈ। ਅੱਛਾ ਜੀ, ਇੱਕ ਬੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਕਿੰਨੀ ਅਮਾਊਂਟ ਤੱਕ ਕਵਰੇਜ ਹੈ? ਜਿਹੜੇ ਤਾਂ ਬੱਚੇ 18 ਸਾਲ ਤੱਕ ਨੇ, ਮੈਜੋਰਟੀਜ਼ ਕੰਪਨੀਜ਼ ਉਹਨਾਂ ਨੂੰ 2.5 ਲੱਖ ਤੱਕ ਦੀ ਕਵਰੇਜ ਕਰਦੀ ਹੈ ਮੈਕਸਿਮਮ। ਅੱਛਾ। ਤੇ ਔਰ ਜਿਹੜੀਆਂ ਦੂਸਰੀਆਂ ਨੇ, ਮੰਨ ਲਓ ਬਿਜ਼ਨਸ ਇੰਸ਼ੋਰੈਂਸ ਹੈ, ਅਪ ਟੂ ਬਹੁਤੀਆਂ ਕੰਪਨੀਜ਼ 2.5 ਮਿਲੀਅਨ ਤੱਕ। 2.5 ਮਿਲੀਅਨ ਤੱਕ? 2.5 ਮਿਲੀਅਨ ਤੱਕ। ਵੈਰੀ ਗੁੱਡ। ਅੱਛਾ, ਹੁਣ ਚਲੋ ਮੈਂ 2.5 ਮਿਲੀਅਨ ਵਾਲੀ ਗੱਲ ਨਹੀਂ, ਮੈਂ ਛੋਟੇ ਤੋਂ ਗੱਲ ਸ਼ੁਰੂ ਕਰਦਾ। 100,000 ਦੀ ਕਿਸੇ ਨੇ ਇੰਸ਼ੋਰੈਂਸ ਲਈ ਹੈ ਜੀ, ਤੇ ਕਲੇਮ ਨਹੀਂ ਲਿਆ, 15 ਸਾਲ ਦੀ ਡਿਊਰੇਸ਼ਨ ਹੈਗੀ ਸੀ, ਅਪ ਟੂ ਦੀ ਏਜ ਆਫ 65 ਉਹਨੇ ਸੋਚ ਲਿਆ ਕਿ ਮੈਂ ਉਦੋਂ ਤੱਕ ਆਪਣੇ ਆਪ ਨੂੰ ਸੇਫ ਰੱਖਾਂ। 65 ਦੀ ਏਜ ਕੰਪਲੀਟ ਹੋ ਗਈ, 100,000 ਦੀ ਇੰਸ਼ੋਰੈਂਸ ਲਈ ਸੀ, ਨੋ ਕਲੇਮ। ਕੀ ਇਹਦੇ ਰਿਜ਼ਲਟ ਕੀ ਹੈ? ਇਹ ਵੀ ਬਹੁਤ ਸੋਹਣਾ। ਤੇ ਉਹ ਕੀ ਹੈਗਾ ਕਿ ਉਹਦੇ ਵਿੱਚ ਰਾਈਡਰਸ ਐਡ ਕਰਦੇ ਆ। ਤੇ ਹੁਣ ਕਈ ਕੰਪਨੀਜ਼ ਦੇ ਵਿੱਚ ਰਾਈਡਰਸ ਹੈ ਹੀ ਨਹੀਂ ਹੈ, ਕਈਆਂ ਦੇ ਵਿੱਚ ਮੈਜੋਰਟੀ। ਕੀ ਹੁੰਦੇ ਰਾਈਡਰਸ? ਇਹ ਰਾਈਡਰ ਮੈਨੂੰ ਲੱਗਦਾ ਆਪਾਂ ਕਿਸੇ ਨਾਲ ਅਲੱਗ ਹੀ ਟੌਪਿਕ। ਅੱਛਾ, ਵੱਖਰੀ ਗੱਲ। ਇਹਦੇ ਵਿੱਚ ਰਾਈਡਰ ਕੋਈ ਰਾਈਡਰ ਦੇ ਵਿੱਚ ਜੇ ਆਪਾਂ ਇਕੱਲੀ ਪਹਿਲਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਕ੍ਰਿਟੀਕਲ ਇਲਨੈਸ ਤੁਸੀਂ ਆਪਣੇ ਫੁੱਲ ਫਲੈਜ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ, ਤਾਂ ਉਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਤੁਸੀਂ $1,00,000 ਦੀ ਲਈ, ਜੇ ਉਹਦੇ ਵਿੱਚ ਰਾਈਡਰ ਹੈਗਾ ਜਿਹਦੇ ਵਿੱਚ ਰਿਟਰਨ ਆਫ ਪ੍ਰੀਮੀਅਮ ਹੈ, ਤਾਂ ਤੁਹਾਡਾ ਕੋਈ ਕਲੇਮ ਨਹੀਂ ਹੈ ਜਦੋਂ ਤੱਕ ਉਹ ਕਵਰੇਜ ਹੈ। ਸੇ ਐਗਜ਼ਾਮਪਲ ਕਿ ਵੀ ਤੁਹਾਡੀ ਏਜ 65 ਸਾਲ ਤੱਕ ਦੀ ਕਵਰੇਜ, ਤੁਸੀਂ 65 ਸਾਲ ਤੱਕ ਕੋਈ ਕਲੇਮ ਨਹੀਂ ਲਿਆ, ਤੁਸੀਂ 65 ਸਾਲ ਪਹੁੰਚ ਕੇ ਤੇ ਤੁਹਾਡਾ ਉਹ ਸਾਰੇ ਦਾ ਸਾਰਾ ਜਿੰਨਾ ਪ੍ਰੀਮੀਅਮ ਤੁਸੀਂ ਪੇ ਕੀਤਾ ਵਾਪਸ ਆ ਜਾਣਾ, ਪੂਰੇ ਦਾ ਪੂਰਾ, ਬਿਨਾਂ ਕਿਸੇ ਕਟੌਤੀ ਤੋਂ। ਬਿਨਾਂ ਕਿਸੇ ਕਟੌਤੀ ਤਕਰੀਬਨ ਥੋੜੇ ਬਹੁਤੇ ਹੋ ਸਕਦਾ ਪਾਲਿਸੀ ਚਾਰजेस ਲੈਂਦੇ ਹੋਣਗੇ, ਕੁਝ ਕੰਪਨੀਆਂ ਕਰਦੀਆਂ, ਬਟ ਮੈਜੋਰਟੀ ਤਕਰੀਬਨ ਸਾਰਾ ਪ੍ਰੀਮੀਅਮ ਵਾਪਸ। ਸਾਰੀਆਂ ਕੰਪਨੀਆਂ ਹੀ ਕਰਦੀਆਂ? ਮੈਜੋਰਟੀ ਕੰਪਨੀ ਕਰਦੀਆਂ। ਕੀ ਬੈਨੀਫਿਟ ਆਪਾਂ ਸਿੱਧੀ ਸ਼ਬਦਾਂ ਵਿੱਚ ਆਪਣੇ ਜੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਏ ਕਿ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਹੈ? ਮੋਟੇ ਇਹ ਫਾਇਦੇ। ਮੈਂ ਇਹਦੀ ਇੱਕ ਬੜੀ ਸਿੰਪਲ ਜਿਹੀ ਐਗਜ਼ਾਮਪਲ ਹੈ ਕਿ ਮੰਨ ਲਓ ਕਿ ਕੋਈ ਵੀ ਇੰਸ਼ੋਰਡ ਬੰਦਾ ਹੈਗਾ, ਉਹ ਕਹਿੰਦਾ ਕਿ ਇੱਕ ਕੈਨੇਡਾ ਦੀ ਇੱਕ ਐਵਰੇਜ ਇਨਕਮ ਤਕਰੀਬਨ ਆਪਾਂ ਰਫਲੀ $50,000 ਹੈ। $50,000 ਪਿਛਲੇ 10 ਸਾਲ ਤੋਂ ਜੇ ਬੰਦਾ ਕਮਾ ਰਿਹਾ, ਤਾਂ ਆਪਾਂ ਕਹਿੰਦੇ ਕਿ ਉਹਦੀ ਕੰਸਿਸਟੈਂਟ ਇਨਕਮ $50,000 ਹੀ ਹੈ। ਤੇ ਜੇ ਮੰਨ ਲਓ ਕਿ 10% ਉਹ ਹਰ ਸਾਲ ਸੇਵ ਕਰਦਾ, ਤਾਂ ਪਿਛਲੇ 10 ਸਾਲਾਂ 'ਚ ਉਹਨੇ ਕਿੰਨੇ ਸੇਵ ਕੀਤੇ? 50,000। ਤੇ ਉਹ ਜੇ ਉਹਦੇ ਕੋਲ 50,000 ਦੀ ਇੰਸ਼ੋਰੈਂਸ ਨਹੀਂ ਹੈ, ਤੇ ਮੰਨ ਲਓ ਕਿ ਰੱਬ ਨਾ ਕਰੇ ਕਿ ਉਹਨੂੰ 1 ਸਾਲ ਲਈ ਉਹ ਕ੍ਰਿਟੀਕਲ ਇਲਨੈਸ ਦੀ ਵਜ੍ਹਾ ਕਰਕੇ ਉਹ ਕੰਮ ਤੇ ਨਹੀਂ ਜਾ ਪਾਇਆ, ਤੇ ਜਿਹੜੀ ਉਹ 10 ਸਾਲ ਦੀ ਸੇਵਿੰਗ ਕੀਤੀ ਹੋਈ ਹੈ ਉਹ ਆਉਣ ਵਾਲੇ 1 ਸਾਲ ਦੇ ਵਿੱਚ ਖਤਮ ਹੋ ਗਈ। ਉਸ ਤੋਂ ਬਾਅਦ ਕੀ ਹੋਏਗਾ? ਪਰ ਜੇ ਬਾਈ ਚਾਂਸ ਤੁਹਾਡੇ ਕੋਲ ਉਹੀ ਇੱਕ ਕ੍ਰਿਟੀਕਲ ਇਲਨੈਸ ਨਾਲ ਪੈਰਲਲ ਹੈ, ਉਹਨੇ ਤੁਹਾਡੇ ਸੇਵਿੰਗਸ ਵੀ ਤੁਹਾਡੇ ਅਕਾਊਂਟ 'ਚ ਰਹਿ ਗਈਆਂ, ਤੇ ਤੁਹਾਡੇ ਜਿਹੜੇ ਇੰਸ਼ੋਰੈਂਸ ਕੰਪਨੀ ਨੇ ਤੁਹਾਡੇ ਪੰਪ ਇਨ ਕਰਤੇ ਜਿਹੜਾ ਤੁਹਾਡੀ ਕਵਰੇਜ ਹੈਗੀ $50,000। ਸੋ ਕਹਿਣ ਦਾ ਮਤਲਬ ਕਿ ਤੁਹਾਡੇ ਉੱਤੇ ਐਟਲੀਸਟ ਫਾਈਨੈਂਸ਼ੀਅਲ ਬਰਡਨ ਨਹੀਂ ਪਿਆ ਇੰਸ਼ੋਰਡ ਬੰਦੇ ਦੇ ਉੱਤੇ, ਕਿ ਵੀ ਉਹਦੇ 50,000 ਦੇ ਖਰਚੇ ਕਿੱਥੋਂ ਆਉਣਗੇ। ਇੱਕ ਹੋਰ ਮੈਂ ਬੜਾ
ਇੰਪੋਰਟੈਂਟ ਕੁਐਸਚਨ ਜਿਹੜਾ ਇਹਦੇ 'ਚ ਸਮਝਣਾ ਪੁੱਛਣਾ ਜ਼ਰੂਰੀ ਹੈ। ਕਵਰੇਜ ਹੈਗੀ ਆ 100,000 ਤੱਕ ਦੀ, ਹਸਪੀਟਲਾਈਜੇਸ਼ਨ ਹੋ ਗਈ ਉੱਥੇ ਦੀ ਬਿਲਿੰਗ ਹੈਗੀ ਆ 200,000, ਕਲੇਮ ਜਿਹੜਾ ਵਾ ਉਹ 100,000 ਤੱਕ ਹੀ ਕਵਰ ਕਰਦਾ ਜਾਂ ਨਹੀਂ। ਇਸ ਦਾ ਜਿਹੜੇ ਇੰਸ਼ੋਰਡ ਸੀਏ ਕ੍ਰਿਟੀਕਲ ਇਲਨੈਸ, ਕਿਉਂਕਿ ਪਰ ਜੇ ਕੈਨੇਡਾ ਦੇ ਵਿੱਚ ਹੀ ਬੰਦਾ ਐਡਮਿਟ ਹੈਗਾ ਤਾਂ ਉਹਦੇ ਤੇ ਖਰਚੇ ਕੋਈ ਨਹੀਂ ਨਾ। ਤੁਸੀਂ ਜੇ ਸਰਜਰੀ ਹੋਈ ਹੈ ਉਹਦੀ, ਇੱਥੇ ਹਸਪੀਟਲ ਨੇ ਕੋਈ ਖਰਚਾ ਨਹੀਂ, ਹਸਪੀਟਲਾਈਜੇਸ਼ਨ ਦਾ ਕੋਈ ਖਰਚਾ ਨਹੀਂ। ਪਰ ਜਦੋਂ ਸਮ ਟਾਈਮ ਬੈਕ ਹੋਮ ਗਿਆ ਹੁੰਦਾ ਜਾਂ USA ਗਿਆ ਹੁੰਦਾ, ਯੂਰਪ ਕਿਸੇ ਕੰਟਰੀ 'ਚ ਗਿਆ ਹੋਇਆ, ਉੱਥੇ ਜਾ ਕੇ ਇੱਦਾਂ ਦੀ ਕੰਪਲੀਕੇਸ਼ਨ ਆ ਜਾਵੇ ਫਿਰ ਤਾਂ ਥੋੜਾ ਜਿਹਾ, ਫਿਰ ਉੱਥੇ ਮੈਂ ਹਮੇਸ਼ਾ ਰਿਕਮੈਂਡ ਕਰਦਾ ਕਿ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ, ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਜਿਹੜੀ ਕਿ ਕੈਨੇਡੀਅਨ ਰੈਜ਼ੀਡੈਂਟ ਜਾਂ ਸਿਟੀਜ਼ਨ ਨੂੰ ਜੇ ਤੁਸੀਂ ਬਾਹਰ ਜਾਂਦੇ ਹੋ ਕਿਤੇ ਵੀ ਟਰੈਵਲ ਕਰਨ ਲਈ, ਰੱਬ ਨਾ ਕਰੇ ਤੁਹਾਨੂੰ ਕੁਛ ਇਦਾਂ ਦਾ ਇੰਸੀਡੈਂਟ ਹੋ ਜਾਂਦਾ ਤੁਹਾਡੇ ਨਾਲ, ਤਾਂ ਉੱਥੇ $5 ਮਿਲੀਅਨ ਤੱਕ ਦੀ ਕਵਰੇਜ ਕੰਪਨੀਆਂ ਕਰਦੀਆਂ, ਤਾਂ ਦੈਟ ਇਜ਼ ਗੁੱਡ ਇਨਫ ਅਮਾਊਂਟ। ਇੱਕ ਤਾਂ ਹੋ ਗਿਆ ਜੀ ਕਿ ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਆ ਉਹਦੇ ਤੁਹਾਨੂੰ ਪੌਜ਼ ਕਰਦਾ, ਤੁਸੀਂ ਆਖਿਆ ਸੀ ਕਿ 2 ਲੱਖ ਦਾ ਬਿੱਲ ਹੈਗਾ, ਤੇ ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚੋਂ ਤੁਹਾਡਾ ਬਿੱਲ ਤਾਂ ਕੋਈ ਹੈ ਨਹੀਂ, ਉਹ ਜਿੰਨਾ ਮਰਜ਼ੀ ਹੋਵੇ, ਜੇ ਤੁਹਾਡੀ $1,00,000 ਦੀ ਕਵਰੇਜ ਹੈਗੀ ਆ ਤੇ ਤੁਹਾਨੂੰ $1,00,000 ਹੀ ਕੰਪਨੀ ਨੇ, ਇੰਸ਼ੋਰੈਂਸ ਕੰਪਨੀ ਨੇ, ਕੈਰੀਅਰ ਨੇ, ਉਦੋਂ ਤੁਹਾਨੂੰ ਲੱਖ ਪੇ ਕਰ ਦੇਣਾ ਉਹਨਾਂ ਨੇ। ਜੇ ਮਤਲਬ ਤੁਸੀਂ ਆਫਟਰ ਹਸਪੀਟਲਾਈਜੇਸ਼ਨ ਤੇ ਲੱਖ ਪੇ ਕਰ ਦੇਣਾ, ਉਹ ਤੁਸੀਂ ਲੱਖ ਜਿਹੜਾ ਵਾ ਉਹ ਹੋ ਸਕਦਾ ਉਹ 1 ਸਾਲ ਹੀ ਕੱਢੇ, ਹੋ ਸਕਦਾ 10 ਸਾਲ ਕੱਢ ਜਾਵੇ, ਡਿਪੈਂਡ ਕਰਦਾ ਤੁਹਾਡੀ ਜਿਹੜੀ ਆ ਲਾਈਫ ਹਿਸਟਰੀ 'ਤੇ ਜਾਂ ਲਾਈਫ ਸਿਚੁਏਸ਼ਨ 'ਤੇ, ਜੋ ਵੀ ਹੈਲਥ ਸਿਚੁਏਸ਼ਨ ਤੁਹਾਡੀ ਹੈਗੀ। ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਮੇਨ ਸਟਰੀਮ ਇੱਥੇ ਕਿਉਂਕਿ ਕੈਨੇਡਾ ਦੇ ਵਿੱਚ ਮੇਜਰ ਸਰਜਰੀਜ਼ ਵਾਸਤੇ ਜਾਂ ਮੇਜਰ ਪ੍ਰੋਸੀਜਰਸ ਵਾਸਤੇ ਤਕਰੀਬਨ ਵੇਟਿੰਗ ਟਾਈਮ ਹੈ। ਕਈ ਜਗ੍ਹਾ ਦੇ ਉੱਤੇ, ਕਈ ਪ੍ਰੋਵਿੰਸ ਦੇ ਵਿੱਚ 10 ਹਫ਼ਤਿਆਂ ਦਾ, ਕਈ 18 ਹਫ਼ਤਿਆਂ ਦਾ, ਕਈ 4 ਮਹੀਨਿਆਂ ਦਾ, ਕਈ 6 ਮਹੀਨਿਆਂ ਦਾ, ਡਿਪੈਂਡ ਕਰਦਾ। ਈਵਨ MRI ਟੈਸਟ ਕਰਾਉਣ ਜਾਂਦੇ ਉਹਦਾ ਵੀ ਵੇਟਿੰਗ ਪੀਰੀਅਡ। ਫਿਰ ਉਹ ਜਿਹੜੇ ਮੈਜੋਰਟੀ ਬੰਦੇ ਉਹ ਸਮਝਦੇ ਆ ਕਿ ਯਾਰ ਮੇਰਾ ਆਹ ਪ੍ਰੋਸੀਜਰ ਹੈ, ਮੇਰੇ ਕੋਲ ਆਲਰੇਡੀ $2,00,000 ਦੀ ਕਵਰੇਜ ਹੈਗੀ ਹੈ, ਜੇ ਮੈਂ ਇਹੀ ਪ੍ਰੋਸੀਜਰ ਹਾਰਟ ਦਾ ਜਾਂ ਕੋਈ ਵੀ ਚੀਜ਼ ਮੈਂ ਜਾ ਕੇ USA ਕਰਾਉਣਾ ਤਾਂ ਮੇਰੇ ਉੱਤੇ $50,000 ਲੱਗਣੇ ਜਾਂ ਲੱਖ ਲੱਗਣੇ। ਸੋ ਦੇ ਪ੍ਰੈਫਰ ਕਿ ਵੀ ਇਮੀਡੀਏਟ ਕਲੇਮ ਪ੍ਰੋਸੈਸ ਕੀਤਾ ਤੇ ਦੇ ਗੋ ਟੂ, ਇਟ ਇਜ਼ ਬੈਟਰ ਕਿ 6 ਮਹੀਨੇ ਬਾਅਦ ਉਹਨਾਂ ਦੀ ਇੱਥੇ ਸਰਜਰੀ ਹੋਵੇ, ਦੇ ਇਮੀਡੀਏਟਲੀ ਵਾਂਟ ਟੂ ਗੋ ਟੂ US। ਇਹ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣ ਵਾਸਤੇ ਜਿਹੜੀ ਅੰਡਰਰਾਈਟਿੰਗ ਹੈ ਉਹ ਪਹਿਲਾਂ ਹੁੰਦੀ ਹੈ। ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਔਰ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ, ਸਭ ਦੀ ਅੰਡਰਰਾਈਟਿੰਗ ਪਹਿਲਾਂ ਹੁੰਦੀ। ਅੰਡਰਰਾਈਟਿੰਗ ਦੀ ਸੈਂਸ ਤੁਹਾਡੀ ਹੈਲਥ ਹਿਸਟਰੀ ਜਿਹੜੀ ਉਹ ਪਹਿਲਾਂ ਦੇਖੀ ਜਾਣੀ ਹੈ, ਤੁਹਾਡੇ ਫਿਜ਼ੀਸ਼ੀਅਨ ਤੋਂ, ਤੁਹਾਡੇ ਉਹ ਪਹਿਲਾਂ ਜਿਹੜੀ ਤੈਅ ਕਰੇਗੀ ਕਿ ਤੁਹਾਡਾ ਪ੍ਰੀਮੀਅਮ ਕਿੰਨਾ ਹੋ ਸਕਦਾ। ਪ੍ਰੀਮੀਅਮ ਤਾਂ ਐਕਚੁਅਲੀ ਪਹਿਲਾਂ ਹੀ ਤੈਅ ਹੁੰਦਾ ਸਟੈਂਡਰਡ ਦੇ ਉੱਤੇ, ਪਰ ਉਸ ਤੋਂ ਬਾਅਦ ਕਿ ਵੀ ਤੁਹਾਨੂੰ ਇੰਸ਼ੋਰੈਂਸ ਦੇਣੀ ਹੈ ਕਿ ਨਹੀਂ ਦੇਣੀ। ਜੇ ਦੇਣੀ ਹੈ ਤਾਂ ਤੁਹਾਡੀ ਹੈਲਥ ਠੀਕ ਨਹੀਂ ਹੈ ਤਾਂ ਤੁਹਾਨੂੰ ਰੇਟਿੰਗ ਕਿੰਨੀ ਕਰਨੀ, ਉਹ ਫਿਰ ਅੰਡਰਰਾਈਟਡ ਹੈ। ਆਖਰੀ ਕੁਐਸਚਨ ਜੀ, ਤੁਸੀਂ ਕੀ ਰਿਕਮੈਂਡ ਕਰਦੇ ਹੋ, ਕਿਹੜੀ ਏਜ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਲੈਣੀ ਚਾਹੀਦੀ? ਹਾਲਾਂਕਿ ਤੁਸੀਂ ਦੱਸਿਆ ਕਿ 15 ਡੇਜ਼ ਦੇ ਬੱਚੇ ਤੋਂ ਇਹ ਅਵੇਲੇਬਲ ਹੈਗੀ ਹੈ, ਪਰ ਫਿਰ ਵੀ ਨਾਰਮਲੀ ਕਿਹੜੇ ਏਜ ਵਿੱਚ ਲੈਣੀ ਚਾਹੀਦੀ, ਲੈ ਲੈਣੀ ਚਾਹੀਦੀ? ਮਤਲਬ ਤੁਸੀਂ ਕਿਸੇ ਵੀ ਪੇਰੈਂਟਸ ਨਾਲ ਗੱਲ ਕਰੋ ਨਾ, ਐਜ਼ ਏ ਪੇਰੈਂਟਸ, ਕਿ ਵੀ ਤੁਸੀਂ ਇੱਥੇ ਕੈਨੇਡਾ 'ਚ ਕਿਉਂ ਆਏ ਹੋ, ਤਾਂ ਉਹ ਕਹਿੰਦਾ ਜੀ ਮੈਂ ਬੱਚਿਆਂ ਕਰਕੇ ਆਇਆ। ਠੀਕ ਹੈ, ਸਭ ਦਾ ਇੱਕ ਬੜਾ ਸਟੈਂਡਰਡ ਜਵਾਬ ਹੁੰਦਾ ਹੈ। ਤੇ ਚਲੋ ਅੱਛੀ ਗੱਲ ਹੈ, ਤਾਂ ਬੱਚਿਆਂ ਲਈ ਲਿਆਇਆ, ਪਰ ਮੈਨੂੰ ਲੱਗਦਾ ਕਿ ਹਰ ਬੰਦਾ ਆਪਦੇ ਲਈ ਆਇਆ ਆਪਣਾ ਕੈਰੀਅਰ ਬਣਾਉਣ ਵਾਸਤੇ। ਤੇ ਚਲੋ ਜੇ ਤੁਸੀਂ ਬੱਚਿਆਂ ਲਈ ਆਏ ਹੋ ਤਾਂ ਤੁਹਾਨੂੰ, ਮੈਨੂੰ ਲੱਗਦਾ ਕਿ ਜੇ ਬੱਚਿਆਂ ਦੇ ਐਂਡ ਦੇ ਉੱਤੇ ਤੁਹਾਨੂੰ ਪਹਿਲੇ ਦਿਨ ਤੋਂ ਸ਼ੁਰੂ ਕਰਨੀ ਚਾਹੀਦੀ। ਠੀਕ ਹੈ, ਮੈਂ ਤਾਂ ਉਹ ਚੀਜ਼ ਰਿਕਮੈਂਡ ਕਰਦਾ ਜਿਹੜੀ ਮੈਂ ਆਪ ਕੀਤੀ ਹੋਈ। ਮੈਂ ਆਪਣੇ ਦੋਨਾਂ ਬੱਚਿਆਂ ਨੂੰ ਕਈ ਵਾਰੀ, ਹਾਂਜੀ ਬਿਲਕੁਲ ਠੀਕ, ਤੁਸੀਂ ਤਾਂ ਇਸ ਪ੍ਰੋਫੈਸ਼ਨ 'ਚ ਹੈਗੇ ਹੋ, ਤੁਹਾਨੂੰ ਜ਼ਿਆਦਾ ਪਤਾ। ਕਈ ਵਾਰੀ ਅਸੀਂ ਸੋਚਦੇ ਵੀ ਬੱਚਿਆਂ ਦੀ ਆ ਕੋਈ ਏਡੀ ਕੋਈ ਪ੍ਰੋਬਲਮ ਨਹੀਂ ਹੈ, ਤੇ ਕੋਈ ਨਹੀਂ, ਜਦੋਂ ਵੱਡੇ ਹੋਣਗੇ ਲੈ ਲੈਣਗੇ, ਜਦੋਂ ਕੰਮ ਕਾਰ ਕਰਨਗੇ, ਕਮਾਉਣਗੇ ਉਦੋਂ ਲੈ ਲੈਣਗੇ। ਇੱਦਾਂ ਦੀ ਆਮ ਤੌਰ 'ਤੇ ਸਾਡੇ ਧਾਰਨਾ ਬਣੀ ਹੁੰਦੀ ਹੈ, ਸਾਡੀ ਕਮਿਊਨਿਟੀ 'ਚ ਖਾਸ ਕਰਕੇ ਇਹੋ ਜਿਹੀਆਂ ਗੱਲਾਂ ਹੈਗੀਆਂ ਵੀ ਜਦੋਂ ਸਿਰ 'ਤੇ ਮੁਸੀਬਤ ਪੈ ਜਾਵੇ ਫਿਰ ਹੀ ਫੈਸਲਾ ਕਰਨਾ ਵਾ, ਪਹਿਲਾਂ ਨਹੀਂ ਇਹਨਾਂ ਗੱਲਾਂ ਬਾਰੇ ਸੋਚਿਆ ਜਾਂਦਾ। ਨਹੀਂ, ਤੁਸੀਂ ਜੇ ਤੁਸੀਂ ਸਕੂਲ ਦੇ ਵਿੱਚ ਜਾ ਕੇ ਦੇਖੋ ਨਾ, ਇੱਥੇ ਬੱਚੇ ਡਾਇਬੀਟਿਕ 2 ਵੀ ਹੋ ਜਾਂਦੇ ਆ। ਤੁਸੀਂ ਦੇਖੋਗੇ ਇਨਸੂਲਿਨ ਪੈਚ ਲੱਗੇ ਮੈਂ ਬੱਚਿਆਂ ਦੇ, ਛੋਟੇ ਬੱਚਿਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਦੇਖੇ। ਬਿਲਕੁਲ, ਮੈਂ ਵਿਟਨੈਸ ਇਸ ਗੱਲ ਦਾ, ਮੈਨੂੰ ਪਤਾ। ਜੇ ਤੁਸੀਂ ਮੰਨ ਲਓ ਕਿ ਬੱਚੇ ਤੁਹਾਡੇ ਸੇ ਐਗਜ਼ਾਮਪਲ ਬੱਚੇ ਦੀ ਕਵਰੇਜ ਹੈ ਔਰ ਬੱਚਾ ਉਸ ਦਿਨ ਹੈਲਦੀ ਸੀ ਜਿਸ ਦਿਨ ਉਹਦੀ ਇੰਸ਼ੋਰੈਂਸ ਕਵਰੇਜ ਸੀ, ਪੀਰੀਅਡ ਆਫ ਅ ਟਾਈਮ 6 ਮਹੀਨੇ, ਸਾਲ, 2 ਸਾਲ ਦੇ ਵਿੱਚ ਬੱਚਾ ਡਾਇਬੀਟਿਕ ਹੋ ਗਿਆ, ਤਾਂ ਕੰਪਨੀ ਨੇ ਉਸੇ ਦਿਨ ਤੋਂ ਤੁਹਾਨੂੰ ਪੈਸੇ ਪੇ ਕਰ ਦੇਣੇ ਲੰਮਸਮ। ਠੀਕ, ਬੜੀ ਮਿਹਰਬਾਨੀ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮਚ। ਥੋੜੇ ਜਿਹੇ ਟਾਈਮ ਵਿੱਚ ਬੜੀ ਵੱਡੀ ਗੱਲ, ਤੁਹਾਡੇ ਕੋਲ ਬੜੀ ਵੱਡੀ ਇਨਫੋਰਮੇਸ਼ਨ ਜਿਹੜੀ ਆ ਉਹ ਮਿਲੀ, ਅਸੀਂ ਸ਼ੇਅਰ ਕਰਨ ਵਿੱਚ ਕਾਮਯਾਬ ਹੋਏ ਹਾਂ। ਸਾਡੇ ਸਰੋਤੇ, ਸਾਡੇ ਦਰਸ਼ਕ ਜਿਹੜੇ ਸਾਨੂੰ YouTube 'ਤੇ ਵੀ, Facebook 'ਤੇ ਵੀ ਨਾਲੋਂ ਨਾਲ ਵੇਖ ਰਹੇ, ਔਰ ਸਾਡੇ ਜਿਹੜੇ ਇਸ ਪ੍ਰੋਗਰਾਮ ਨੂੰ ਆਪਣੇ ਐਪ 'ਤੇ ਵੇਖ ਰਹੇ, ਐਂਡਰੋਇਡ 'ਤੇ ਔਰ ਐਪਲ 'ਤੇ, ਜਿੱਥੇ ਮਰਜ਼ੀ ਉਹ ਸੁਣ ਸਕਦੇ ਹੈ, ਔਰ ਬਾਰ-ਬਾਰ ਰਿਪੀਟ ਵੀ ਹੁੰਦਾ। ਤੁਹਾਡੀ ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।